ਸਾਰੇ ਬਰਨਾਲਾ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਫਿਰ ਅਸੀਂ ਤੁਹਾਡੇ ਸਾਹਮਣੇ ਫੇਸਬੁੱਕ ਲਾਈਵ ਸੈਸ਼ਨ में रूबरू हो रहे हैं। ਅਸੀਂ ਜਿਹੜਾ ਪਿਛਲੇ ਕੁਝ ਸਮਾਂ ਤੋਂ ਅਸੀਂ ਦੇਖ ਰਹੇ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ, ਲੇਕਿਨ ਅਸੀਂ ਰੀਸੈਂਟਲੀ ਕੁਝ ਦਿਨਾਂ ਤੋਂ ਇਹ ਵੀ ਦੇਖਣ ਵਿੱਚ ਆਇਆ ਕਿ ਇਹ ਧੀਰੇ ਧੀਰੇ ਕੰਟਰੋਲ ਹੋ ਰਿਹਾ ਕੋਰੋਨਾ ਵਾਇਰਸ। ਇਹ ਜਿਹੜੀ ਮੋਰਟੈਲਿਟੀ ਦੀ ਇਹ ਵੀ ਰਿਡਿਊਸ ਹੋਈ ਹੈ। ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਪੋਰਟ ਹੈ ਸਾਰੇ ਸ਼ਹਿਰ ਵਾਸੀਆਂ ਦਾ ਸਪੋर्ट ਹੈ ਕਿ ਥੋੜਾ ਸਹਿਯੋਗ ਜਿੰਨਾ ਸਹਿਯੋਗ ਤੁਸੀਂ ਸਾਡਾ ਦਿੱਤਾ ਹੈ, ਇਸ ਕਰਕੇ ਹੀ ਅਸੀਂ ਧੀਰੇ ਧੀਰੇ ਕੋਰੋਨਾ ਵਾਇਰਸ 'ਤੇ ਕੰਟਰੋਲ ਪਾ ਰਹੇ ਹਾਂ। ਹੁਣ ਮੈਂ ਇੱਕ ਵਾਰੀ ਸਾਡੇ ਸਿਵਲ ਸਰਜਨ ਇਹਨਾਂ ਤੋਂ ਬੇਨਤੀ ਕਰੂੰਗਾ, ਇਹ ਤੁਹਾਨੂੰ ਜਿਹੜੀ ਹੁਣ ਸਾਡੀ ਕੰਡੀਸ਼ਨ ਹੈ ਕੋਰੋਨਾ ਵਾਇਰਸ ਬਾਰੇ, ਜਿਹੜੇ ਕਿੰਨੇ ਕੇਸਿਸ ਹੈ ਉਹਦੇ ਬਾਰੇ ਤੁਹਾਨੂੰ ਪੂਰਾ ਡਿਟੇਲ ਦੇंगे, ਤੁਹਾਨੂੰ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਸਾਰੇ ਬਰਨਾਲਾ ਨਿਵਾਸੀਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ। ਕਰੋਨਾ ਨਾਲ ਅਸੀਂ ਪਿਛਲੇ ਤਕਰੀਬਨ 6 ਮਹੀਨੇ ਤੋਂ ਲੜ ਰਹੇ ਹਾਂ। ਉਤਾਰ ਚੜ੍ਹਾਅ ਆਉਂਦੇ ਰਹੇ ਹਾਂ। ਪਹਿਲਾਂ ਬੜਾ ਵਧੀਆ ਸੀਗਾ, ਬਰਨਾਲੇ ਜ਼ਿਲ੍ਹੇ ਦੇ ਵਿੱਚ ਬੜੇ ਥੋੜ੍ਹੇ ਕੇਸ ਸੀ। ਸਡਨਲੀ ਜੁਲਾਈ ਦੇ ਮਿਡਲ ਜਿਹੇ ਜਾ ਕੇ ਸਾਡੇ ਕੇਸ ਜਿਹੜੇ ਸੀਗੇ ਉਹ ਇੱਕਦਮ ਵਧਣੇ ਸ਼ੁਰੂ ਹੋ ਗਏ ਔਰ ਹਾਲਾਤ ਇਹ ਪਹੁੰਚ ਗਏ ਕਿ ਸਾਡੇ ਕੋਲ ਅੱਜ ਦੀ ਡੇਟ ਦੇ ਵਿੱਚ 1376 ਕਰੋਨਾ ਦੇ ਕੁੱਲ ਮਰੀਜ਼ ਜਿਹੜੇ ਹੈਗੇ ਆ ਉਹ ਹੋ ਚੁੱਕੇ ਆ, ਜਿਹਦੇ ਵਿੱਚੋਂ ਖੁਸ਼ੀ ਦੀ ਗੱਲ ਇਹ ਹੈ ਕਿ 881 ਮਰੀਜ਼ ਜਿਹੜੇ ਹੈਗੇ ਉਹ ਠੀਕ ਹੋ ਕੇ ਘਰ ਵੀ ਜਾ ਚੁੱਕੇ ਆ ਆਪਣੇ। 469 ਐਕਟਿਵ ਮਰੀਜ਼ ਸਾਡੇ ਕੋਲ ਅੱਜ ਦੀ ਤਰੀਕ ਦੇ ਵਿੱਚ ਹੈਗੇ ਆ। ਮਾੜੀ ਗੱਲ ਇਹ ਹੈ ਕਿ ਸਾਡੇ ਕੋਲ ਅੱਜ ਤੱਕ 26 ਮਰੀਜ਼ ਜਿਹੜੇ ਸੀਗੇ ਉਹ ਆਪਣੀ ਜ਼ਿੰਦਗੀ ਦੀ ਲੜਾਈ ਕਰੋਨਾ ਦੇ ਨਾਲ ਹਾਰ ਵੀ ਚੁੱਕੇ ਆ। ਲੇਕਿਨ ਇਹ 26 ਮਰੀਜ਼ ਜਿਹੜੇ ਜ਼ਿੰਦਗੀ ਦੀ ਲੜਾਈ ਹਾਰੇ ਆ, ਇਹਨਾਂ ਵਿੱਚੋਂ ਤਕਰੀਬਨ 90% 95% ਇਹੋ ਜਿਹੇ ਸੀ ਜਿਨ੍ਹਾਂ ਦੇ ਕਿ ਕੋਈ ਨਾ ਕੋਈ ਪਹਿਲਾਂ ਤੋਂ ਬਿਮਾਰੀ ਚੱਲੀ ਆ ਰਹੀ ਸੀ, ਚਾਹੇ ਉਹ ਡਾਇਬਟਿਕ ਸੀ, ਚਾਹੇ ਉਹਨਾਂ ਨੂੰ ਹਾਈਪਰਟੈਂਸ਼ਨ ਸੀ, ਚਾਹੇ ਉਹਨਾਂ ਦੇ ਕੈਂਸਰ ਦੇ ਮਰੀਜ਼ ਵੀ ਸੀਗੇ, ਕਿਡਨੀ ਡਿਜ਼ੀਜ਼ ਦੇ ਮਰੀਜ਼ ਸੀ। ਸੋ ਹਰੇਕ ਨੂੰ ਕੋਈ ਨਾ ਕੋਈ ਪਹਿਲਾਂ ਤੋਂ ਬਿਮਾਰੀ ਜਿਹੜੀ ਹੈਗੀ ਆ ਉਹ ਹੈਗੀ ਸੀ ਔਰ ਬਹੁਤੇ ਮਰੀਜ਼ ਜਿਹੜੇ ਹੈਗੇ ਆ ਉਹ 50 ਸਾਲ ਤੋਂ ਉੱਪਰ ਉਮਰ ਦੇ ਸੀ। 50 ਤੋਂ ਲੈ ਕੇ 70-75 ਸਾਲ ਦੀ ਉਮਰ ਦੇ ਵਿੱਚ ਜਿਹੜੇ ਹੈਗੇ ਆ ਇਹ ਮਰੀਜ਼ ਸਾਨੂੰ ਜਿਹੜੇ ਕਿ ਮੌਤ ਦਾ ਸ਼ਿਕਾਰ ਹੋਏ ਆ ਉਹਨਾਂ ਚੋਂ ਸੀਗੇ। ਜੇ ਅਸੀਂ ਅੱਜ ਦੇਖੀਏ ਤਾਂ ਅੱਜ ਸਾਡੇ ਕੋਲ 23 ਮਰੀਜ਼ ਕਰੋਨਾ ਦੇ ਨਵੇਂ ਆਏ ਆ, ਜਿਹਦੇ ਵਿੱਚੋਂ ਤਕਰੀਬਨ 50% ਜਿਹੜੇ ਹੈਗੇ ਆ ਉਹ ਬਰਨਾਲਾ ਸ਼ਹਿਰ ਦੇ ਆ, 10 ਮਰੀਜ਼ ਸਾਡੇ ਧਰੌਲੇ ਬਲਾਕ ਦੇ ਆ, ਇੱਕ ਤਪੇ ਤੋਂ ਆ ਔਰ ਇੱਕ ਮਹਿਲ ਕਲਾਂ ਤੋਂ ਆ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਮਰੀਜ਼ ਜਿਹੜੇ ਹੈਗੇ ਆ ਬਹੁਤ ਗਿਣਤੀ ਘਟ ਗਈ ਹੈ। ਹਾਂ, ਲੇਕਿਨ ਜੋ ਹਾਲਾਤ ਸਾਡੇ ਅੱਜ ਤੋਂ ਤਕਰੀਬਨ 3 ਹਫ਼ਤੇ ਪਹਿਲਾਂ ਸੀ ਉਹਦੇ ਮੁਕਾਬਲੇ ਸਾਡੇ ਹਾਲਾਤ ਜਿਹੜੇ ਹੈਗੇ ਆ ਉਹ ਕਾਫੀ ਬਿਹਤਰ ਹੈ। ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਸਾਡੇ ਬਰਨਾਲਾ ਨਿਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ। ਅਸੀਂ ਤੁਹਾਨੂੰ ਬਾਰ-ਬਾਰ ਬੇਨਤੀਆਂ ਕਰਦੇ ਰਹੇ ਹਾਂ ਆਪਣੇ ਫੇਸਬੁੱਕ ਲਾਈਵ ਪੇਜ ਦੇ ਥਰੂ ਵੀ ਔਰ ਉਸ ਤੋਂ ਇਲਾਵਾ ਵੀ ਕਿ ਜਿਹੜੇ 3 ਤਰੀਕੇ ਹੈਗੇ ਆ ਕਰੋਨਾ ਦੀ ਬਿਮਾਰੀ ਤੋਂ ਕਾਬੂ ਪਾਉਣ ਦੇ, ਉਹਨਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ। ਔਰ ਅਸੀਂ ਇਹ ਦੇਖਿਆ ਕਿ ਕਾਫੀ ਜ਼ਿਆਦਾ ਲੋਕਾਂ ਨੇ ਸਾਡਾ ਸਹਿਯੋਗ ਕੀਤਾ ਵੀ ਹੈ। ਹਾਲਾਂਕਿ ਕੁਝ ਥਾਵਾਂ 'ਤੇ ਸਾਨੂੰ ਬਾਰ-ਬਾਰ ਇਹ ਦੇਖਣ 'ਚ ਵੀ ਆਉਂਦਾ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਮਾਸਕ ਪਾ ਕੇ ਬਾਹਰ ਨਹੀਂ ਸੀ ਨਿਕਲ ਰਹੇ। ਭੀੜ ਜਿਹੜੀ ਹੈਗੀ ਆ ਉਹ ਦੁਕਾਨਾਂ 'ਤੇ ਕਈ ਥਾਂ 'ਤੇ ਦੇਖਣ ਨੂੰ ਮਿਲੀ ਹੈ, ਲੇਕਿਨ ਫਿਰ ਵੀ ਕਾਫੀ ਜ਼ਿਆਦਾ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਇੰਪਰੂਵ ਹੋਈ ਹੈ। ਤੇ ਮੇਰੀ ਹੁਣ ਅੱਜ ਦੀ ਤਰੀਕ ਦੇ ਵਿੱਚ ਸਾਰੇ ਸਾਡੇ ਜਿਹੜੇ ਬਰਨਾਲਾ ਨਿਵਾਸੀ ਆ ਉਹਨਾਂ ਨੂੰ ਇਹੀ ਅਪੀਲ ਹੈ, ਇਹੀ ਬੇਨਤੀ ਹੈ ਕਿ ਜਿਹੜੇ 3 ਅਸੀਂ ਤਰੀਕਿਆਂ ਨਾਲ ਇਹਨੂੰ ਮਾਤ ਪਾ ਸਕਦੇ ਹਾਂ ਕਰੋਨਾ ਦੀ ਬਿਮਾਰੀ ਨੂੰ, ਉਹਨਾਂ ਦਾ ਧਿਆਨ ਅਗਲੇ ਆਉਣ ਵਾਲੇ ਦਿਨਾਂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਕੇਸਿਸ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸੋ ਉਸ ਤੋਂ ਬਚਣ ਵਾਲੇ ਸਾਡੇ ਕੋਲ ਇਹ 3 ਤਰੀਕੇ ਹੈ ਜਿਨ੍ਹਾਂ ਨਾਲ ਕਿ ਅਸੀਂ ਇਸ ਬਿਮਾਰੀ ਤੋਂ ਹੋਰ ਜ਼ਿਆਦਾ ਵਧਣ ਤੋਂ ਕਾਬੂ ਪਾ ਸਕਦੇ ਹਾਂ। ਜਿਵੇਂ ਜਿਵੇਂ ਬਿਮਾਰੀ ਵਧੇਗੀ, ਜਿਵੇਂ ਜਿਵੇਂ ਕੇਸ ਵਧਣਗੇ, ਸਾਡੀਆਂ ਸਿਹਤ ਸਹੂਲਤਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਪਰ ਪ੍ਰੈਸ਼ਰ ਜਿਹੜਾ ਹੈਗਾ ਉਹ ਜ਼ਿਆਦਾ ਆਏਗਾ। ਜਿਹੜੇ ਅੱਜ ਦੇ ਪ੍ਰਸ਼ਨ ਪੁੱਛੇ ਗਏ ਆ ਉਹਨਾਂ ਦੇ ਵਿੱਚੋਂ 1-2 ਪ੍ਰਸ਼ਨ ਜਿਹੜੇ ਹੈਗੇ ਆ ਉਹ ਰੈਲੇਵੈਂਟ ਵੀ ਹੈਗੇ ਇਹਦੇ। ਕਿ ਇੱਕ ਜਿਵੇਂ ਪ੍ਰਸ਼ਨ ਪੁੱਛਿਆ ਪ੍ਰਮੋਦ ਸਿੰਘਲਾ ਜੀ ਨੇ ਕਿ ਸ਼ਹਿਣੇ ਸਰਕਾਰੀ ਹਸਪਤਾਲ ਦੇ ਵਿੱਚ ਸਾਡੇ ਸਟਾਫ ਦੀ ਕਮੀ ਹੈ। ਨੋ ਡਾਊਟ ਪੰਜਾਬ ਸਰਕਾਰ ਵੱਲੋਂ ਨਵੇਂ ਡਾਕਟਰਸ, ਨਵਾਂ ਪੈਰਾਮੈਡੀਕਲ ਸਟਾਫ ਸਾਰਾ ਭਰਤੀ ਕੀਤਾ ਜਾ ਰਿਹਾ ਔਰ ਸਾਨੂੰ ਪੂਰੀ ਉਮੀਦ ਹੈ ਕਿ ਬੜੀ ਜਲਦੀ ਜਿਹੜਾ ਹੈਗਾ ਇਹ ਸ਼ਹਿਣੇ ਵਾਸਤੇ ਜਿਹੜਾ ਸਟਾਫ ਹੈਗਾ ਉਹ ਤੈਨਾਤ ਕਰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਸਾਡੇ ਕੋਲ ਜੇ ਅਸੀਂ ਆਪਣੀਆਂ ਸਹੂਲਤਾਂ ਦੇ ਬਾਰੇ ਗੱਲ ਕਰੀਏ ਕਿ ਕੋਵਿਡ ਦੇ ਮਰੀਜ਼ਾਂ ਵਾਸਤੇ ਸਾਡੇ ਕੋਲ ਕਿਹੜੀਆਂ ਸਹੂਲਤਾਂ ਮੌਜੂਦ ਹੈ, ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਕਿ ਅੱਜ ਦੀ ਡੇਟ 'ਚ ਸਾਡੇ ਕੋਲ
80 ਬੈੱਡ ਜਿਹੜੇ ਹੈਗੇ ਆ ਕਰੋਨਾ ਦੇ ਮਰੀਜ਼ਾਂ ਵਾਸਤੇ ਲੈਵਲ 2 ਦੇ ਤਿਆਰ ਹੈ, ਜਿਹੜੇ ਕਿ 50 ਬੈੱਡ ਸਾਡੇ ਕੋਲ ਬਰਨਾਲੇ ਸ਼ਹਿਰ ਦੇ ਵਿੱਚ ਆਪਣਾ ਜਿਹੜਾ ਸਾਡਾ ਰੀਹੈਬ ਸੈਂਟਰ ਨੂੰ ਅਸੀਂ ਕਨਵਰਟ ਕੀਤਾ ਸੀਗਾ ਲੈਵਲ 2 ਐਕਸੀਡੈਂਟ ਸੈਂਟਰ, ਉੱਥੇ ਹੈਗੇ ਆ। 30 ਬੈੱਡ ਸਾਡੇ ਕੋਲ ਮਹਿਲ ਕਲਾਂ ਜਿਹੜਾ ਸਾਡਾ CHC ਆ ਉੱਥੇ ਹੈਗੇ ਆ। ਇਸ ਤੋਂ ਇਲਾਵਾ ਜੇ ਸਾਡੇ ਕੋਲ ਮਰੀਜ਼ਾਂ ਦੀ ਗਿਣਤੀ ਹੋਰ ਵੱਧਦੀ ਹੈ ਤਾਂ ਅਸੀਂ ਇੰਨਾ ਇੰਤਜ਼ਾਮ ਕੀਤਾ ਹੋਇਆ ਕਿ ਅਸੀਂ ਤਕਰੀਬਨ 100-125 ਬੈੱਡ ਜਿਹੜੇ ਹੈਗੇ ਆ ਉਹ 24 ਘੰਟੇ ਦੇ ਨੋਟਿਸ ਤੇ ਆਪਣੇ ਹਸਪਤਾਲ ਦੇ ਵਿੱਚ ਤਿਆਰ ਕਰਕੇ ਕੋਵਿਡ ਦੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ ਵਾਸਤੇ ਤਿਆਰ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਜਵਾਹਰ ਨਵੋਦਿਆ ਵਿਦਿਆਲਿਆ ਦੇ ਵਿੱਚ ਆਪਣਾ ਕੋਵਿਡ ਕੇਅਰ ਸੈਂਟਰ ਬਣਾਇਆ ਸੀ, ਜਿੱਥੇ ਕਿ ਅਸੀਂ 250 ਬੈੱਡ ਦੀ ਫੈਸਿਲਿਟੀ ਤਿਆਰ ਕੀਤੀ ਸੀ। ਉੱਥੇ ਸਾਡੇ ਕੋਲ 100 ਬੈੱਡ ਦੀ ਫੈਸਿਲਿਟੀ ਜਿਹੜੀ ਹੈਗੀ ਆ ਉਹ ਇਸ ਟਾਈਮ ਓਪਰੇਸ਼ਨਲ ਹੈ। ਉੱਥੇ ਅਸੀਂ ਡਾਕਟਰਸ ਪੈਰਾਮੈਡੀਕਲ ਸਟਾਫ ਜਿਹੜਾ ਹੈਗਾ ਉਹ ਸਪੈਸ਼ਲੀ ਰਿਕਰੂਟ ਕਰਕੇ ਲਗਾਇਆ ਹੋਇਆ। ਸੋ ਇਹ ਸਾਰੀਆਂ ਸਿਹਤ ਸਹੂਲਤਾਂ ਜਿਹੜੀਆਂ ਹੈਗੀਆਂ ਇਹ ਅਸੀਂ ਅੱਜ ਦੀ ਡੇਟ ਦੇ ਵਿੱਚ ਕੋਵਿਡ ਦੇ ਮਰੀਜ਼ਾਂ ਨੂੰ ਦੇ ਰਹੇ ਹਾਂ। ਜੇ ਕੋਈ ਮਰੀਜ਼ ਸਾਡੇ ਕੋਲ ਸੀਰੀਅਸ ਹੋ ਜਾਂਦਾ ਜਾਂ ਕੋਈ ਮਰੀਜ਼ ਸਾਡੇ ਕੋਲ ਸੀਰੀਅਸ ਹਾਲਤ ਵਿੱਚ ਆਉਂਦਾ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਉਸ ਨੂੰ ਆਪਣੇ ਕੋਲ ਹੀ ਇਲਾਜ ਕਰੀਏ, ਲੇਕਿਨ ਜੇ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਹੋਵੇ ਤਾਂ ਅਸੀਂ ਉਸ ਨੂੰ ਲੈਵਲ 3 ਜਿਹੜੇ ਕਿ ਸਾਡੇ ਮੈਡੀਕਲ ਕਾਲਜ ਪਟਿਆਲਾ ਜਾਂ ਦੂਜੇ ਜਿਹੜੇ ਲੈਵਲ 3 ਹਸਪੀਟਲ ਹੈਗੇ ਆ ਜਿਹੜੇ ਸੁਪਰ ਸਪੈਸ਼ਲਿਟੀ ਹਸਪੀਟਲ ਹੈ ਅਸੀਂ ਉੱਥੇ ਰੈਫਰ ਵੀ ਕਰਦੇ ਹਾਂ। ਲੇਕਿਨ ਜਿਹੜੀ ਇੱਕ ਚੰਗੀ ਗੱਲ ਇਹ ਹੈ ਕਿ ਸਾਡੇ ਕੋਲ ਜੋ ਬਰਨਾਲਾ ਸ਼ਹਿਰ ਦੀ ਜਿਹੜੀਆਂ ਲੈਵਲ 2 ਫੈਸਿਲਿਟੀਜ਼ ਹੈ ਉਹਨਾਂ ਦੇ ਵਿੱਚ ਅਸੀਂ ਟ੍ਰੀਟਮੈਂਟ ਐਡਾ ਵਧੀਆ ਦੇ ਰਹੇ ਹਾਂ ਕਿ ਸਾਡੇ ਕੋਲ ਤਕਰੀਬਨ ਸਾਰੇ ਮਰੀਜ਼ ਜਿਹੜੇ ਹੈਗੇ ਆ ਉਹ ਠੀਕ ਹੋ ਕੇ ਹੀ ਆਪਣੇ ਘਰਾਂ ਨੂੰ ਜਾ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਜਿਹੜੀ ਹੋਮ ਆਈਸੋਲੇਸ਼ਨ ਦੀ ਫੈਸਿਲਿਟੀ ਦਿੱਤੀ ਸੀ ਉਹਦੇ ਵਿੱਚ ਅਸੀਂ ਅੱਜ ਜ਼ਿਆਦਾਤਰ ਮਰੀਜ਼ ਜਿਹੜੇ ਸਾਡੇ ਹੈਗੇ ਆ ਉਹ ਹੋਮ ਆਈਸੋਲੇਸ਼ਨ ਵਿੱਚ ਹੈ। ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਸਾਡੇ ਕੋਲ 469 ਐਕਟਿਵ ਮਰੀਜ਼ ਜਿਹੜੇ ਹੈਗੇ ਆ ਉਹਦੇ ਵਿੱਚੋਂ 392 ਮਰੀਜ਼ ਜਿਹੜੇ ਹੈਗੇ ਆ ਉਹ ਹੋਮ ਆਈਸੋਲੇਸ਼ਨ 'ਚ। ਜਿਹੜੇ ਮਰੀਜ਼ ਸਾਡੇ ਹੋਮ ਆਈਸੋਲੇਸ਼ਨ 'ਚ ਆ ਉਹਨਾਂ ਵਾਸਤੇ ਮੇਰੀ ਗੁਜ਼ਾਰਿਸ਼ ਹੈ, ਬੇਨਤੀ ਹੈ ਉਹਨਾਂ ਨੂੰ ਕਿ ਉਹ ਆਪਣੇ ਵਾਸਤੇ ਇੱਕ ਪਲਸ ਆਕਸੀਮੀਟਰ ਜਿਹੜਾ ਹੈਗਾ ਉਹ ਜ਼ਰੂਰ ਲੈ ਕੇ ਰੱਖਣ, ਜਿਹਦੇ ਨਾਲ ਕਿ ਉਹ ਆਪਣੇ ਬਲੱਡ ਦੇ ਵਿੱਚ ਆਕਸੀਜਨ ਦੀ ਜਿਹੜੀ ਮਾਤਰਾ ਹੈਗੀ ਆ ਉਹਨੂੰ ਮੋਨੀਟਰ ਕਰ ਸਕਦੇ ਆ। ਤੇ ਜੇ ਉਹ ਆਕਸੀਜਨ ਦੀ ਮਾਤਰਾ 92 ਤੋਂ ਘੱਟ ਆਉਂਦੀ ਹੈ, 92% ਤੋਂ ਘੱਟ ਜਾਂਦੀ ਹੈ ਤਾਂ ਇਮੀਡੀਏਟਲੀ ਸਾਡੇ ਕੰਟਰੋਲ ਰੂਮ ਤੇ ਕੰਟੈਕਟ ਕਰੋ ਤਾਂ ਕਿ ਅਸੀਂ ਤੁਹਾਨੂੰ ਜਿਹੜੀਆਂ ਹੈਗੀਆਂ ਹਸਪੀਟਲ ਵਾਸਤੇ ਲਿਜਾ ਕੇ ਤੇ ਤੁਹਾਡਾ ਟ੍ਰੀਟਮੈਂਟ ਜਿਹੜਾ ਹੈਗਾ ਉਹਦੇ ਅਕੋਰਡਿੰਗ ਕਰ ਸਕਦੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਡਾਕਟਰ ਸਾਹਿਬ। ਹੁਣ ਮੈਂ ਜਿਹੜੇ ਆਪਦੇ DC ਲਾਈਵ ਸੈਸ਼ਨ ਤੇ ਜਿਹੜੀ ਬਰਨਾਲਾ ਦੀ ਜਨਤਾ ਨੇ ਸਵਾਲ ਪੁੱਛਿਆ ਉਹਨਾਂ ਦਾ ਜਵਾਬ ਦੂੰਗਾ। ਸਭ ਤੋਂ ਪਹਿਲਾ ਸਵਾਲ ਪੁਨੀਤ ਗੋਇਲ ਜੀ ਨੇ ਪੁੱਛਿਆ ਹੈ ਔਰ ਇਹ ਬਹੁਤ ਲੋਕਾਂ ਦਾ ਸਵਾਲ ਵੀ ਹੈ ਕਿ ਸਾਨੂੰ ਇਹ ਜਿਹੜੀ ਗਾਈਡਲਾਈਨਸ ਹੈ ਟਾਈਮਿੰਗ ਬਾਰੇ ਦੱਸਿਆ ਜਾਵੇ, ਪਿੰਡਾਂ 'ਚ ਕੀ ਰੂਲ ਲਾਗੂ ਹੋਣਗੇ, ਸ਼ਹਿਰ ਦੇ ਵਿੱਚ ਕੀ ਲਾਗੂ ਹੋਣਗੇ। ਇਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਜਿਵੇਂ ਕੱਲ CM ਸਾਹਿਬ ਨੇ ਵੀ ਆਪਦੇ ਮੀਡੀਆ ਬਰੀਫਿੰਗ ਵਿੱਚ ਕਿਹਾ, ਸਾਨੂੰ ਵੀ ਬਹੁਤ ਫੋਨ ਆਏ ਕਿ ਸਾਨੂੰ ਕਲੀਅਰ ਕਰੋ। ਇਹਦੇ ਵਿੱਚ ਟਾਈਮਿੰਗ ਇਸ ਤਰ੍ਹਾਂ ਹੈ, ਸਭ ਤੋਂ ਪਹਿਲੇ ਸ਼ਹਿਰ में ਇਹ ਟਾਈਮ ਵਧਾ ਕੇ 9 ਵਜੇ ਤੱਕ ਕਰ ਦਿੱਤਾ ਗਿਆ ਹੈ। ਇਹ ਸਾਰੇ ਟਾਈਮ 9 ਵਜੇ ਤੱਕ ਕਰ ਦਿੱਤੇ ਗਏ, ਤੁਸੀਂ ਸਾਰੇ ਕਾਈਂਡਲੀ ਨੋਟ ਕਰ ਲਓ। ਦੂਜੀ ਗੱਲ ਜਿਹੜੀ ਨੋਟ ਕਰਨ ਵਾਲੀ ਹੈ, ਇਹ ਜਿਹੜਾ ਕਰਫਿਊ ਪਹਿਲੇ ਸ਼ਨੀਵਾਰ ਨੂੰ ਹੁੰਦਾ ਸੀਗਾ ਉਹ ਵੀ ਹੁਣ ਨਹੀਂ ਹੋਊਗਾ। ਜਿਹੜਾ ਟਾਈਮ ਬਾਕੀ 5 ਦਿਨ ਹਫਤੇ में सोमवार से शुक्रवार तक ਸੀਗਾ ਉਹ ਸ਼ਨੀਵਾਰ ਨੂੰ ਵੀ ਲੱਗੂਗਾ। ਤੀਜੀ ਗੱਲ ਹੈ ਸੰਡੇ ਨੂੰ ਕਰਫਿਊ ਲਾਗੂ ਰਹੂਗਾ, ਸੰਡੇ ਨੂੰ ਕਰਫਿਊ ਲਾਗੂ ਰਹੂਗਾ। ਇਹ ਤੁਸੀਂ ਕਾਈਂਡਲੀ ਸਾਰੇ ਨੋਟ ਕਰ ਲਓ ਕਿ ਸੰਡੇ ਨੂੰ ਕਰਫਿਊ ਲਾਗੂ ਰਹੂਗਾ। लेकिन ਜਿਹੜੀ ਅਸੈਂਸ਼ੀਅਲ ਕਮੋਡਿਟੀਜ਼ ਵਾਲਾ ਔਰ ਉਸ ਤੋਂ ਇਲਾਵਾ ਰਿਲੀਜੀਅਸ ਪਲੇਸਿਸ ਹੈ, ਕੁਝ ਸਪੋਰਟਸ ਕੰਪਲੈਕਸ ਹੈ ਉਹ ਖੁੱਲਣਗੇ। ਜਿਹੜੇ ਨਾਨ ਅਸੈਂਸ਼ੀਅਲ ਸਰਵਿਸਿਜ਼ ਹੈ, ਸ਼ਾਪਸ ਹੈ ਉਹ ਨਹੀਂ ਖੁੱਲਣਗੇ ਸੰਡੇ ਨੂੰ ਕਰਫਿਊ ਰਹੂਗਾ। ਚੌਥੀ ਗੱਲ ਹੈ ਜਿਹੜਾ ਲੋਕਾਂ ਦਾ ਡਾਊਟ ਸੀਗਾ ਕਿ ਇਹ ਜਿਹੜਾ ਸੰਡੇ ਦਾ ਕਰਫਿਊ ਹੈ ਕੀ ਇਹ ਪਿੰਡਾਂ 'ਚ ਲਾਗੂ ਹੋਊਗਾ, ਇਹ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦੂੰ ਕਿ ਇਹ ਕਰਫਿਊ ਪਿੰਡਾਂ 'ਚ ਨਹੀਂ ਹੈ। ਇਟ ਮੀਨ ਜਿਹੜਾ ਸੰਡੇ ਦਾ ਕਰਫਿਊ ਹੈ ਉਹ ਕੇਵਲ ਸ਼ਹਿਰੀ ਖੇਤਰ ਦੇ ਲਈ ਹੈ। ਪਿੰਡਾਂ 'ਚ ਇਹ ਕਰਫਿਊ ਵਾਲਾ रूल नहीं लागू होगा, उन्होंने वही टाइम लागू होगा जो बाकी के 6 दिन है। ये मैं समझता हूँ सारे क्लीयर हो गया होगा। इस तो अलावा असं अज ऑर्डर करने लगे साड़ी वैबसाइट पर भी पाएंगे, तुम उधर जाके भी चेक कर सकते हो कि असं नवे ऑर्डर किए। इसके बाद एक वरुण सिंगला जी ने सवाल पूछा है कि जो कोई कोरोना पॉजिटिव आता है और सरकारी हस्पताल में दाखिल किया जाता है उसके अंदर डर होंगे है कि हुण उसका परिवार नाले संपर्क टुट जाएगा। ਅਜਿਹੇ ਹਾਲਤ ਵਿੱਚ ਉਹ ਆਪਣੇ ਪਰਿਵਾਰ ਨਾਲ ਸੰਪਰਕ ਵਿੱਚ ਕਿਵੇਂ ਕਰ ਸਕਦਾ ਹੈ। ਇਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅਸੀਂ ਜਿੰਨੇ ਵੀ ਕੇਸ ਪੋਜ਼ਿਟਿਵ ਆਉਂਦੇ ਹੈ ਸਾਰਿਆਂ ਨੂੰ ਨਹੀਂ ਕਰਦੇ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ 469 केसेस में 392 तो होम आइसोलेशन में ही, तो ਤੁਸੀਂ सोच सकते हो कि 392 तो ऑलमोस्ट 80% सारे करे हैं उन्होंने, तो इस तरह की प्रॉब्लम नहीं आती।
ਜਿਨ੍ਹਾਂ ਦੇ ਕੇਸਿਸ ਜਿਨ੍ਹਾਂ ਦਾ ਸਿੰਪਟਮਸ ਥੋੜਾ ਜ਼ਿਆਦਾ ਸਾਨੂੰ ਲੱਗਦਾ ਹੈ ਮੋਡਰੇਟ ਸਿੰਪਟਮਸ ਹੈ, ਥੋੜਾ ਖਤਰਾ ਹੁੰਦਾ ਹੈ, ਉਹਨਾਂ ਨੂੰ ਕੇਵਲ ਅਸੀਂ ਫੈਸਿਲਿਟੀ में एडमिट करते हैं। ਜੇਕਰ ਤੁਹਾਨੂੰ ਲੱਗਦਾ ਹੈ ਕਿ ਫਿਰ ਵੀ ਥੋੜਾ ਸੰਪਰਕ ਟੁੱਟ ਰਿਹਾ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਤੁਸੀਂ ਉਹਨਾਂ ਨੂੰ ਖਾਣਾ ਆਪਦੇ ਘਰ ਦਾ ਖਾਣਾ ਭਿਜਵਾਉਣਾ ਚਾਹੁੰਦੇ ਹੋ ਤਾਂ ਇੱਕ ਉਹਨਾਂ ਦਾ ਮੋਹ ਚਾਹ ਬਣਾ ਰਹਿੰਦਾ ਹੈ, ਤੁਸੀਂ ਆਪਦੇ ਘਰ ਤੇ ਖਾਣਾ ਬਣਾ ਕੇ ਉਹਨਾਂ ਨੂੰ ਭਿਜਵਾ ਸਕਦੇ ਹੋ। ਉਧਰ ਸਾਡੇ ਸਟਾਫ ਨਰਸ ਵਾਰਡ ਅਟੈਂਡੈਂਟ रहते हैं, ਉਹ ਥੋੜਾ ਘਰ ਦਾ ਖਾਣਾ ਬਣਾ ਹੋਗਾ ਉਹ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ हैं। ਤੀਸਰੀ ਚੀਜ਼ ਦੇਖੋ, ਜਿਵੇਂ ਅਜੇ ਟੈਕਨੋਲੋਜੀ ਦਾ ਜ਼ਮਾਨਾ ਹੈ, ਤੁਸੀਂ ਉਹਨਾਂ ਤੋਂ ਵੀਡੀਓ ਕਾਲ ਕਰ ਸਕਦੇ ਹੋ, WhatsApp ਕਾਲ ਕਰ ਸਕਦੇ ਹੋ। ਇਹ ਥੋੜੇ ਦਿਨ ਦਾ ਹੁੰਦਾ ਹੈ, ਜਦੋਂ ਵੀ ਉਹਨਾਂ ਦੇ ਸਿੰਪਟਮਸ ਘਟ ਜਾਂਦੇ ਉਹਨਾਂ ਨੂੰ ਆਪਦਾ ਜਿਹੜਾ ਰੈਫਰਲ ਸਿਸਟਮ ਹੈ उसके थ्रू लेवल 3 टू लेवल 2 लेवल 2 टू लेवल 1 या होम आइसोलेशन में जिन्हें उन्होंने कंडीशन होती है उस तो अकॉर्डिंग ਅਸੀਂ रिकमेंड करते हैं। ठीक है जी, आई होप ਮੈਨੂੰ लगता है ਇਹਨਾਂ ਦਾ ਜਵਾਬ ਮਿਲ ਗਿਆ ਜਿਹੜਾ ਸੰਪਰਕ ਟੁੱਟਦਾ ਇਹਦੇ ਬਾਰੇ में। इसके बाद एक नीतीश बांसल ਦਾ ਕਹਿਣਾ ਹੈ ਕਿ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਨੂੰ ਘਰ ਵਿੱਚ ਇਕਾਂਤਵਾਸ ਕਰਨ ਦੇ ਨਿਯਮ ਬਾਰੇ ਦੱਸਿਆ ਜਾਵੇ। ਇਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਇਹਦੇ ਵਿੱਚ ਸਰਕਾਰ ਦੀ ਵੀ ਹਦਾਇਤ ਆਈ ਹੈ ਕਿ ਅਸੀਂ ਕੀ ਕਰਦੇ ਹਾਂ ਜਦੋਂ ਲੋਕਾਂ ਦਾ ਸੈਂਪਲ ਲੈਂਦੇ ਹਾਂ ਉਹਨਾਂ ਨੂੰ ਉਹਨਾਂ ਦੇ ਘਰ ਭੇਜ ਦਿੰਦੇ ਹਾਂ। ਜੇਕਰ ਉਹਨਾਂ ਦੇ ਸਾਡੀ ਇੱਕ ਟੀਮ ਜਾਂਦੀ ਹੈ ਉਧਰ ਚੈੱਕ ਕਰਦੀ ਹੈ, ਜੇਕਰ ਕੋਈ ਕੋਰੋਨਾ ਪੋਜ਼ਿਟਿਵ ਪੇਸ਼ੈਂਟ ਦੇ ਘਰ ਉਹਨਾਂ ਦਾ ਇਕਾਂਤਵਾਸ ਰੱਖਣ ਦੀ ਥਾਂ ਹੈ ਔਰ ਉਹਨਾਂ ਦੇ ਕੋਈ ਸਿੰਪਟਮਸ ਨਹੀਂ ਹੈ, ਉਹਨਾਂ ਦਾ ਕੋਈ ਕੋਮੋਰਬਿਡਿਟੀ ਨਹੀਂ ਹੈ ਤਾਂ ਉਹਨਾਂ ਨੂੰ ਅਸੀਂ ਉੱਥੇ ਹੀ ਇਕਾਂਤਵਾਸ ਉਹਨਾਂ ਦੇ ਘਰੇ ਕਰ ਦਿੰਦੇ ਹਾਂ। तो ਉਹਦੇ ਲਈ ਉਹਨਾਂ ਨੂੰ ਇੱਕ ਸੈਲਫ ਡਿਕਲੇਰੇਸ਼ਨ ਐਫੀਡੇਵਿਟ ਵੀ ਦੇਣਾ ਹੁੰਦਾ ਹੈ ਕਿ ਉਹਨਾਂ ਨੂੰ ਕੋਈ ਕੋਮੋਰਬਿਡਿਟੀ ਨਹੀਂ ਹੈ, ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਹੈ। ਇੱਕ ਜਿਹੜਾ ਉਹਨਾਂ ਦਾ ਕੇਅਰ ਟੇਕਰ ਹੁੰਦਾ ਹੈ ਉਹਨਾਂ ਦੇ ਨੰਬਰ लिए ਜਾਂਦੇ ਆ, ਉਹ ਪਰ ਲਗਾਤਾਰ ਆਪਦੇ ਹਸਪੀਟਲ में ਜਿਹੜੀ ਅਸੀਂ ਟੀਮ ਲਾਈ ਹੈ ਉਹਨਾਂ ਦੇ ਸੰਪਰਕ में ਰਹਿੰਦੇ ਆ, ਉਹ ਪੁੱਛਦੇ ਰਹਿੰਦੇ ਆ। तो ਇਹਦੇ ਬਾਰੇ ਤਾਂ यही है कि ਜਦੋਂ ਕੋਈ ਹੋਮ ਆਈਸੋਲੇਸ਼ਨ ਜਾਂ ਘਰ ਵਿੱਚ ਇਕਾਂਤਵਾਸ ਹੈ ਉਹਨਾਂ ਨੂੰ ਕੋਈ ਵੀ ਸਿੰਪਟਮ ਡਿਵੈਲਪ होते हैं ਸਾਨੂੰ ਤੁਰੰਤ ਹੀ ਕਾਲ ਕਰੋ ਕਿ ਸਾਡੀ ਟੀਮ ਹਮੇਸ਼ਾ 24/7 ਰੈਡੀ रहती है, एक्टिव रहती है। ਜਦੋਂ ਤੁਸੀਂ ਕਾਲ ਕਰੋਗੇ ਸਾਡੀ ਐਂਬੂਲੈਂਸ ਆਏਗੀ, ਉਹਨਾਂ ਦਾ ਬੇਸਿਕ ਚੈੱਕਅਪ ਹੋਗਾ। इसके बाद मेरी एक बेनती है जिन्हें भी जिन्हें डॉक्टर साहब ने भी दसा कि जेडे लोग कर एकांतवास रह रहे हैं वो पल्स ऑक्सीमीटर खरीद ले, थर्मोमीटर खरीद ले और आपके जेडे वाइटल्स है हेल्थ वाइटल जिन्हें कि टेम्परेचर हो गया या ऑक्सीजन सैचुरेशन हो गया वो 6-6 घंटे में रिकॉर्ड करते रहें। ये जेडी साड़ी मेडिकल टीम जाओगी वो चेक भी करोगी, उन्होंने हेल्थ वाइटल्स चेक भी करोगी कि वो हेल्थ वाइटल्स ठीक है। तो इस तरीके से साडा एक जेड़ा होम आइसोलेशन का सिस्टम बना हुआ है वो मेनटेन्ड है। असी कॉल भी करते हैं, डीसी साहब भी कॉल करते हैं, अपने सिविल सर्जन भी कॉल करते हैं, मैं भी कॉल करता हूँ, एसडीएम साहब भी कॉल करते हैं, सब की ऐसी ड्यूटी लाई है कॉल करके उन्होंने बारे पूछते भी। फिर एक लाली तनौला ने पूछा है कि जेड़े असली संबंधी कामां लई एक दिन का पक्का निश्चित किया जाए। ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ कि ਇਹਦੇ ਬਾਰੇ कोई इस तरह का कोई दिन नहीं है ਜਦੋਂ किसी ਨੂੰ कोई लोड ਪੈਂਦੀ है वो आपे आ जाते हैं। जैसे जेकर किसी ने कोई रिन्यूअल कराना है तो ਇੱਥੇ ਆਉਣ ਦੀ ਲੋੜ नहीं है, वो सेवा केंद्र में जाके अप्लाई करूँगा। ਸਾਡੇ ਕੋਲੇ ਉਹੀ ਆਤੇ ਜਿਨ੍ਹਾਂ ਨੂੰ ਅਸੀਂ ਨੋਟਿਸ ਦਿੱਤੇ ਉਹੀ ਸਾਡੇ ਕੋਲੇ ਆ ਕੇ ਪੇਸ਼ ਹੁੰਦੇ, ਨਹੀਂ ਤਾਂ ਔਰ ਲੋਕ ਨਹੀਂ ਆਤੇ। ਜਿਵੇਂ ਕਿ ਅਗਰ ਕਿਸੇ ਨੂੰ ਨਵਾਂ ਆਮ ਲਾਇਸੈਂਸ ਅਪਲਾਈ ਕਰਨਾ ਹੈ ਉਹ ਡੀ ਸਾਹਿਬ ਦੇ ਕੋਲ ਆਊਗਾ, ਇਸ ਤੋਂ ਇਲਾਵਾ ਕੋਈ ਸਾਡੇ ਕੋਲੇ ਨਹੀਂ ਆਤਾ। ਔਰ ਇਹਦੇ ਲਈ 5 ਦਿਨ ਬੰਦੇ ਹੋਏ, ਜਦੋਂ ਕਿ ਨਾਲ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਤੀ ਹੈ ਉਹ ਸਾਡੇ ਕੋਲੇ ਆ ਸਕਦਾ। ਇੱਕ ਅਰਿਹੰਤ ਗਰਗ ਦਾ ਕਹਿਣਾ ਹੈ ਕਿ ਖਾਣ ਪੀਣ ਦੇ ਦੁਕਾਨਦਾਰ ਅਤੇ ਮੁਲਾਜ਼ਮਾਂ ਵੱਲੋਂ ਮਾਸਕ ਦੇ ਦਸਤਾਨੇ ਬਹੁਤ ਘੱਟ ਪਾਏ ਜਾਂਦੇ ਹਨ। ਇਹ ਤੋਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਇਹ ਸਾਡੀ ਹਮੇਸ਼ਾ ਬੇਨਤੀ ਰਹਿੰਦੀ ਹੈ ਕਿ ਇਹ ਇਸ ਤਰ੍ਹਾਂ ਦੀ ਚੀਜ਼ ਹੈ, ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਡੇ ਆਲੇ ਦੁਆਲੇ ਸਫਾਈ ਰਹੇ तो ਅਸੀਂ कोशिश करते हैं जिਵੇਂ आप ਦਾ घर साफ रखते हैं और आले दुआले ਦੀ सफाई रखते हैं ਉਹ ਉਸ ਤਰੀਕੇ से ਜਦੋਂ ਤੁਸੀਂ ਮਾਸਕ ਲਾਓਗੇ और ਜਿਹੜੇ ਲੋਕ ਤੁਹਾਡੇ ਆਲੇ ਦੁਆਲੇ ਉਹਨਾਂ ਨੂੰ ਵੀ ਤੁਸੀਂ ਮੋਟੀਵੇਟ ਕਰੋ ਕਿ ਵੀ ਤੁਸੀਂ ਵੀ ਮਾਸਕ ਪਾਓ, ਕਿਉਂਕਿ ਇਹਦੇ ਵਿੱਚ ਤੁਹਾਡੀ ਸੇਫਟੀ ਵੀ ਹੈ ਔਰ ਉਹਨਾਂ ਦੀ ਵੀ ਸੇਫਟੀ ਹੈ। तो ये तो सारे मिल के मोटिवेट करना पड़ेगा। ਅਸੀਂ आपके लेवल पे न्यूज़पेपर में मीडिया ब्रीफिंग भी देते हैं, पैम्पलेट भी छपाते हैं, ये अवेयरनेस भी क्रिएट करते हैं। लेकिन ਜਿਹੜਾ ਇਹਦਾ अल्टीमेट ਜਿਹੜਾ टास्क मैं कहूँगा ये थोड़े अपने साढ़े बरनालिया वासिया ਦੇ ऊपर है कि वो कोशिश करे, वो जिमें किसी को देखे कोई इस तरह का काम कर रहा है तो ਉਹਨੂੰ ਟੋਕੇ, ਉਹਨੂੰ ਕਹੋ ਕਿ ਤੁਸੀਂ ਮਾਸਕ ਕਿਉਂ ਨਹੀਂ ਪਾਇਆ, ਕਿਉਂਕਿ ਉਹਦੇ ਵਿੱਚ ਉਹਨਾਂ ਦੀ ਹੈਲਪ ਔਰ ਤੁਹਾਡੀ ਹੈਲਪ ਹੈ। तो ਇਹਦੇ ਲਈ ਤਾਂ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ। ਜੇਕਰ ਜਿਵੇਂ ਤੁਸੀਂ ਮੈਨੂੰ ਅਰੀਅਨ ਗਰਗ ਜੀ ਨੇ ਸਵਾਲ ਪੁੱਛਿਆ ਹੈ, मैं इन्होंने बेनती करूँगा घट्टो घट ये 10 लोगों को मोटिवेट करे और वो फर्दर आगे 10 लोगों को मोटिवेट करे कि सब मास्क पाओ, हाथ दो और जी कोविड की गाइडलाइंस है उसका ध्यान रखो। एक रवि सैन ने पूछा है, रवि सैन और दविंदर कुमार ने पूछा है कि फास्ट फूड वाले का टाइम बढ़ाया जाए। ये मैं ऑलरेडी दस चुका हूँ कि ये टाइम बढ़ के 9 बजे तक हो गया है, ये टाइम सारे के लिए लागू है और संडे कर्फ्यू लागू साढ़ा। एक पंकज बंसल जी का कहना है कि किसी ने घर में एकांतवास किया है तो उसकी चंगी तरह
ਟਰੈਕਿੰਗ ਕੀਤੀ ਜਾਵੇ ਉਹ ਮੈਂ ਆਲਰੇਡੀ ਦੱਸ ਚੁੱਕਾ ਹਾਂ। ਅਸੀਂ ਆਲਰੇਡੀ ਟਰੈਕਿੰਗ ਕਰ ਰਹੇ ਹਾਂ, ਅਸੀਂ ਟੀਮ ਲਾਈ ਹੈ, ਉਹਨਾਂ ਦੇ ਘਰ ਜਾ ਕੇ ਚੈਕਿੰਗ ਕਰਦੀ ਹੈ, ਅਸੀਂ ਕਾਲ ਕਰਦੇ ਹਾਂ। ਜੇਕਰ ਅਗਰ ਤੁਹਾਨੂੰ ਵੀ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਕੇਸ ਹੈ ਜੋ ਹੋਮ ਆਈਸੋਲੇਸ਼ਨ ਦਾ ਵਾਇਲੇਸ਼ਨ ਕਰ ਰਿਹਾ, ਤੁਸੀਂ ਵੀ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ, ਮੈਸੇਜ ਕਰ ਸਕਦੇ ਹੋ। ਇੱਕ ਸੰਦੀਪ ਢਿਲਵਾ ਦਾ ਕਹਿਣਾ ਹੈ ਕਿ ਇਹ ਕੋਰੋਨਾ ਵਾਇਰਸ ਤੋਂ ਰਿਲੇਟਡ ਨਹੀਂ ਹੈ, ਇਹ ਇਹਨਾਂ ਦਾ ਕਹਿਣਾ ਸੀਗਾ ਕਿ ਮਾਲ ਰਿਕਾਰਡ ਦੀ ਸਾਰੀ ਜਾਣਕਾਰੀ ਵੈਬਸਾਈਟ ਤੇ ਉਪਲਬਧ ਨਹੀਂ ਹੁੰਦੀ। ਇਹ ਇਸ ਤੋਂ ਨਹੀਂ ਹੈ, ਫਿਰ ਵੀ ਮੈਂ ਥੋੜਾ ਜਵਾਬ ਦੇਣਾ ਚਾਹੂੰਗਾ। ਇਹਦੀ ਸਰਕਾਰ ਦੀ ਇੱਕ ਵੈਬਸਾਈਟ ਹੈਗੀ jamabandi.punjab.gov.in, ਤੁਸੀਂ ਉਸ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਇੱਕ ਔਰ ਚੀਜ਼ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਲਈ ਦੱਸਣਾ ਚਾਹੂੰਗਾ ਕਿ ਰੀਸੈਂਟਲੀ ਵੀ ਸਰਕਾਰ ਦੀ ਗਾਈਡਲਾਈਨਸ ਆਈ ਸੀ ਕਿ ਕਈ ਲੋਕ ਕਹਿੰਦੇ ਕਿ ਸਾਡੇ ਘਰੇ ਬਾਹਰ ਉਹ ਚਸਪਾ ਨਾ ਕਰੋ ਕਿ ਕੋਈ ਕੋਵਿਡ ਦਾ ਸਟicker ਨਾ ਲਾਓ। ਇਹਦੇ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰਨਾ ਚਾਹੂੰਗਾ। ਇਹ ਸਰਕਾਰ ਦੀ ਗਾਈਡਲਾਈਨਸ आई है कि ਅਸੀਂ ਕੋਈ ਚਸਪਾ ਨਹੀਂ ਕਰਦੇ, ਅਸੀਂ ਕੋਈ ਇਸ ਤਰ੍ਹਾਂ का वो नहीं करते कि किसी के साथ भी कोई भेदभाव हो, डिस्क्रिमिनेशन हो। तो ਇਹ ਤੁਸੀਂ ਕਾਈਂਡਲੀ ਸਾਰੇ ਨੋਟ ਕਰ ਲਓ। ਤੁਸੀਂ ਅੱਗੇ बढ़ के आओ, ਸਾਨੂੰ ਟੈਸਟ ਕਰਾਉਣ ਦੇ ਲਈ ਤੁਸੀਂ ਵੱਧ ਤੋਂ ਵੱਧ ਸੈਂਪਲ ਦਿਓ, ਇੱਥੇ ਆ ਕੇ ਆਪਦਾ ਟੈਸਟ ਕਰਾਓ, ਕਿਉਂਕਿ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਨੂੰ ਪਤਾ ਨਹੀਂ ਚੱਲੇਗਾ। ਇਹ ਤੁਹਾਡੀ ਪ੍ਰਾਈਵੇਸੀ ਹੈ, ਉਹ ਮੇਨਟੇਨ ਰੱਖੀ ਜਾਊਗੀ। ਕੋਈ ਵੀ ਤੁਹਾਡੇ ਬਾਰੇ ਇਨਫੋਰਮੇਸ਼ਨ ਹੈ, ਉਹ ਇਨਫੋਰਮੇਸ਼ਨ ਅਸੀਂ ਡਾਈਵਰਜ ਨਹੀਂ ਕਰਾਂਗੇ। ਇੱਕ ਪੁਨੀਤ ਗੋਇਲ ਜੀ ਨੇ ਪੁੱਛਿਆ ਹੈ ਕਿ ਇਹ ਇਹਨਾਂ ਦਾ ਜਿਹੜਾ ਸਵਾਲ ਸੀਗਾ, ਇਹ ਮੈਂ ਆਲਰੇਡੀ ਕਲੀਅਰ ਕਰ ਚੁੱਕਾ ਹੂੰ। ਪਿੰਡਾਂ ਬਾਰੇ ਕਹਿ ਰਹੇ ਕਿ ਸ਼ਹਿਰ ਵਾਲੇ ਤੋਂ ਕਰਫਿਊ ਦਾ ਕਲੀਅਰ ਹੈਗਾ, ਜਿਹੜਾ ਪਿੰਡ ਬਾਰੇ ਉਹ ਕਲੀਅਰ ਨਹੀਂ ਹੈਗਾ। ਇਹਦੇ ਬਾਰੇ ਮੈਂ ਆਲਰੇਡੀ ਕਲੀਅਰ ਕਰ ਚੁੱਕਾ हूँ कि ਜਿਹੜਾ ਕਰਫਿਊ ਹੈ ਸੰਡੇ ਦਾ ਉਹ ਪਿੰਡ पे लागू नहीं है, वो केवल शहर पे ही लागू है। एक और सवाल है, एक राजद अली का सवाल है कि ये कहने हैं कि जिवें कि सर्दी का मौसम आ रहा है, ये मैंने लगता है ਇਹਦਾ जवाब डॉक्टर साहब देंगे तो बेटर होगा, क्योंकि थोड़ा मेडिकल रिलेटेड क्वेश्चन। ਰਾਜੇ ਜੀ, ਤੁਹਾਡਾ ਕੁਐਸਚਨ ਜਿਹੜਾ ਹੈਗਾ ਇਹ ਬੜਾ ਵੈਲਿਡ ਕੁਐਸਚਨ ਹੈ ਕਿ ਸਰਦੀਆਂ ਦਾ ਮੌਸਮ ਅੱਗੇ ਆ ਰਿਹਾ ਹੈ ਔਰ ਸਰਦੀਆਂ ਦੇ ਵਿੱਚ ਫਲੂ ਜਿਹੜਾ ਹੈਗਾ ਬੜੇ ਆਮ ਬਿਮਾਰੀ ਹੈ, ਇਹਦੇ ਕੋਈ ਸ਼ੱਕ ਨਹੀਂ ਹੈਗਾ। ਔਰ ਜਿਹੜਾ ਸਾਡਾ ਕੋਵਿਡ ਜਿਹੜਾ ਹੈਗਾ ਇਹ ਵੀ ਫਲੂ ਹੀ ਕਰਦਾ। ਸੋ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਤੁਹਾਨੂੰ ਸਿੰਪਟਮਸ ਦਿਖਾਈ ਦੇਣ, ਬੁਖਾਰ ਹੋਵੇ ਨਾਲ ਖਾਂਸੀ ਜ਼ੁਕਾਮ ਹੋਵੇ, ਤਾਂ ਇਮੀਡੀਏਟਲੀ ਆ ਕੇ ਮੈਂ ਟੈਸਟ ਜਿਹੜਾ ਹੈਗਾ ਉਹ ਕਰਵਾਓ, ਤਾਂ ਕਿ ਅਸੀਂ ਇਹ ਦੇਖ ਸਕੀਏ ਕਿ ਕੀ ਤੁਹਾਨੂੰ ਕੋਵਿਡ ਦੀ ਬਿਮਾਰੀ ਤਾਂ ਨਹੀਂ ਹੈ। ਹੁਣ ਜਿਹੜਾ ਤੁਸੀਂ ਅਗਲਾ ਪਾਰਟ ਥੋੜਾ ਕੁਐਸਚਨ ਦਾ ਹੈਗਾ ਉਹ ਹੈਗਾ ਕਿ ਰੈਪਿਡ ਐਂਟੀਜਨ ਟੈਸਟ ਜਿਹੜਾ ਹੈਗਾ ਉਹ ਇਸ ਕੰਡੀਸ਼ਨ ਦੇ ਰਿਲਾਇਬਲ ਹੈ ਜਾਂ ਨਹੀਂ। ਇਹਦੇ ਵਾਸਤੇ ਬੜਾ ਸਾਡਾ ਜਿਹੜਾ ਹੈਗਾ ਗਾਈਡਲਾਈਨਸ ਬੜੀਆਂ ਕਲੀਅਰ ਹੈ ਕਿ ਜੇ ਕੋਈ ਵਿਅਕਤੀ ਸਿੰਪਟੋਮੈਟਿਕ ਹੈ, ਜਿਹਨੂੰ ਕਿ ਬੁਖਾਰ ਜਾਂ ਖਾਂਸੀ ਜ਼ੁਕਾਮ ਵਗੈਰਾ ਹੋਇਆ ਹੈ, ਉਹਦੇ ਵਿੱਚ ਲਾਈਕਲੀਹੁੱਡ ਇਹ ਹੈ ਕਿ ਰੈਪਿਡ ਐਂਟੀਜਨ ਟੈਸਟ ਜਿਹੜਾ ਹੈਗਾ ਉਹ ਪੋਜ਼ਿਟਿਵ ਆਏਗਾ। ਜੇ ਉਸ ਕੇਸ ਦੇ ਵਿੱਚ ਰੈਪਿਡ ਐਂਟੀਜਨ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਅਸੀਂ ਉਸ ਵਿਅਕਤੀ ਨੂੰ ਉਸੇ ਵੇਲੇ ਉਹਦਾ RT-PCR ਵਾਸਤੇ ਸੈਂਪਲ ਲੈ ਲੈਂਦੇ ਹਾਂ। ਤੇ ਜੇ ਉਹਦੇ ਸਿੰਪਟਮਸ ਨਹੀਂ ਹੈਗੇ ਔਰ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਡੈਫੀਨੇਟਲੀ ਇਟ ਇਜ਼ ਨੈਗੇਟਿਵ ਮੀਨਸ ਨੈਗੇਟਿਵ। ਤਾਂ ਉਸ ਕੇਸ ਦੇ ਵਿੱਚ ਅਸੀਂ ਅੱਗੇ ਹੋਰ ਸੈਂਪਲ ਨਹੀਂ ਲੈਂਦੇ। ਇਸ ਕਰਕੇ ਇਹ ਟੈਸਟ ਜਿਹੜਾ ਹੈਗਾ ਇਹ ਵੀ ਕਾਫੀ ਹੱਦ ਤੱਕ ਰਿਲਾਇਬਲ ਹੈਗਾ। ਜਿੱਥੋਂ ਤੱਕ ਕੋਵਿਡ ਦਾ ਗਰਮੀਆਂ ਦਾ ਸਵਾਲ ਹੈ, ਇਸ ਬਿਮਾਰੀ ਬਾਰੇ ਅੱਜ ਦੀ ਡੇਟ ਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਜਿਸ ਤਰੀਕੇ ਨਾਲ ਸਾਨੂੰ ਐਕਸਪੈਕਟਡ ਸੀਗਾ ਕਿ ਸ਼ਾਇਦ ਜਦੋਂ ਗਰਮੀਆਂ ਦਾ ਮੌਸਮ ਆਏਗਾ ਤਾਂ ਬਿਮਾਰੀ ਘਟ ਜਾਏਗੀ, ਤਾਂ ਉਹੋ ਜਿਹਾ ਕੁਝ ਨਹੀਂ ਹੋਇਆ। ਨਵੀਂ ਬਿਮਾਰੀ ਹੈ ਔਰ ਇਸ ਕਰਕੇ ਇਹਦੇ ਬਾਰੇ ਇਹੋ ਜਿਹਾ ਕੋਈ ਵੀ ਕਮੈਂਟ ਕਰਨਾ ਜਿਹੜਾ ਹੈਗਾ ਉਹ ਅੱਜ ਦੀ ਡੇਟ ਦੇ ਵਿੱਚ ਪੋਸੀਬਲ ਨਹੀਂ ਹੈ। ਸੋ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਪੈਂਡੈਮਿਕ ਹੈਗਾ, ਕੋਵਿਡ ਦੀ ਬਿਮਾਰੀ ਜਿਹੜੀ ਹੈਗੀ ਹੈ, ਇਹ ਕਿਸ ਤਰੀਕੇ ਨਾਲ ਬਿਹੇਵ ਕਰਦੀ ਹੈ। और ठीक है जी सर, ਤੁਸੀਂ ਸਾਰੇ ਆਪਦਾ ਜਿਹੜਾ ਸਵਾਲ ਹੈ ਉਹ ਅੱਜ ਦੇ ਫੇਸਬੁੱਕ ਲਾਈਵ ਸੈਸ਼ਨ ਕੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਸਾਨੂੰ ਲਿਖ ਸਕਦੇ ਹੋ। ਉਹ ਜਿਹੜਾ ਸਾਡਾ ਨੈਕਸਟ ਲਾਈਵ ਸੈਸ਼ਨ ਫੇਸਬੁੱਕ ਲਾਈਵ ਸੈਸ਼ਨ ਹੋਊਗਾ ਉਹਦੇ ਵਿੱਚ ਤੁਹਾਡੇ ਸਾਰੇ ਦੇ ਜਵਾਬ ਦੇਣਗੇ। ਹੁਣ ਸਾਰਿਆਂ ਤੋਂ ਬਸ ਲਾਸਟ में ਇੱਕੋ ਹੀ ਬੇਨਤੀ ਹੈ, ਇੱਕ ਅਪੀਲ ਹੈ ਕਿ ਇਹ ਜਿਹੜਾ ਬਰਨਾਲਾ ਸ਼ਹਿਰ ਹੈ ਇਹ ਸਾਰਿਆਂ ਦਾ ਸ਼ਹਿਰ ਹੈ। ਇਹ ਜਿੰਨਾ ਮੇਰਾ ਸ਼ਹਿਰ ਹੈ ਉਨਾ ਤੁਹਾਡਾ ਸ਼ਹਿਰ ਹੈ, ਉਨਾ ਤੁਹਾਡੇ ਗੁਆਂਢੀ ਦਾ ਸ਼ਹਿਰ ਹੈ। ਜਦੋਂ ਤੱਕ ਤੁਸੀਂ ਆਪਦੀ ਰਿਸਪੌਂਸਿਬਿਲਿਟੀ ਨਹੀਂ ਮੰਨੋਗੇ, ਤੁਸੀਂ ਆਪਦੀ ਜ਼ਿੰਮੇਵਾਰੀ ਨਹੀਂ ਮੰਨੋਗੇ, ਤਦ ਤੱਕ ਅਸੀਂ ਇਹ ਕੋਰੋਨਾ ਵਾਇਰਸ ਨੂੰ ਕੰਟਰੋਲ ਨਹੀਂ ਕਰ ਪਾएंगे। तो इस करके सारिਆਂ ਤੋਂ ਬੇਨਤੀ ਹੈ, ਕਾਈਂਡਲੀ ਤੁਸੀਂ ਇਹ ਮਾਸਕ ਪਾਓ। ਜਦੋਂ ਤੱਕ ਤੁਹਾਨੂੰ ਜਦੋਂ काम है तभी उस वेले घर से बाहर निकलो, वरना ना निकलो। आपके परिवार की सेफ्टी रखो। जेकर घर में अपने मापे का ध्यान रखो। जेकर घर में कोई 65 तो ਵੱਧ उम्र है ਉਹਨਾਂ ਦਾ ध्यान रखो। जेकर किसी ਨੂੰ कोई सिम्टम्स आते हैं तो ਉਹ ਤੁਸੀਂ ਕਾਈंडली ਸਾਨੂੰ ਇਨਫੋਰਮ ਕਰੋ। और एक लास्ट में ਵੱਧ ਤੋਂ ਵੱਧ आके ਤੁਸੀਂ ਕਾਈंडली अपना टेस्ट कराओ। ਇਹਦੇ ਜਿਹੜੀ ਤੁਹਾਨੂੰ ਵੀ ਪਤਾ ਹੀ ਹੈ, ਕੱਲ ਜਿਵੇਂ CM साहब ने कहा कि ਜਿਹੜੇ लोग झूठी अफवाहें फैला रहे हैं
ਉਹਦੇ ਵਿੱਚ ਅਸੀਂ ਕਾਰਵਾਈ ਕਰਾਂਗੇ। ਤਾਂ ਸਾਰਿਆਂ ਤੋਂ ਇੱਕ ਵਾਰ ਬੇਨਤੀ ਕਿ ਕੋਈ ਝੂਠੀ ਅਫਵਾਹ ਨਾ ਫੈਲਾਓ, ਕੋਈ ਦਰਦ ਨਹੀਂ ਹੁੰਦਾ, कोई सरकार थोड़े कोई ऑर्गन नहीं करती, ये सारी झूठी अफवाह, ये सारी गलतफहमियां, इस तरह का नहीं होना चाहिए। तो सारिਆਂ ਨੂੰ ਸਤਿ ਸ੍ਰੀ ਅਕਾਲ और ਸਾਰਿਆਂ ਨੂੰ ਇੱਕ ਵਾਰ ਫਿਰ ਬੇਨਤੀ ਕਿ ਕਾਈਂਡਲੀ ਤੁਸੀਂ ਆਪ ਦਾ ਧਿਆਨ ਰੱਖੋ। ਥੈਂਕ ਯੂ।